Good morning, students. Today we will start chapter 13 Magnetic effects of electric current. ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ। ਪ੍ਰੀਵੀਅਸ ਚੈਪਟਰ 'ਚ ਅਸੀਂ ਪੜ੍ਹ ਚੁੱਕੇ ਹਾਂ ਇਲੈਕਟ੍ਰਿਕ ਕਰੰਟ ਦੇ ਹੀਟਿੰਗ ਇਫੈਕਟ ਬਾਰੇ। ਹੋਰ ਕਿਹੜਾ ਇਫੈਕਟ ਹੋ ਸਕਦਾ ਹੈ ਇਲੈਕਟ੍ਰਿਕ ਕਰੰਟ ਦਾ? We know that an electric current carrying wire behaves like a magnet. ਕਹਿੰਦੇ ਅਸੀਂ ਜਾਣਦੇ ਹਾਂ ਕਿ ਇਲੈਕਟ੍ਰਿਕ ਕਰੰਟ ਕੈਰਿੰਗ ਵਾਇਰ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੂਗੀ। ਐਕਟੀਵਿਟੀ ਫਸਟ, ਇਹਦੇ ਵਿੱਚ ਥਿਕ ਕਾਪਰ ਵਾਇਰ ਲੈਣੀ ਹੈ ਤੇ ਉਹਨੂੰ ਐਕਸ ਤੇ ਵਾਈ ਦੇ ਵਿੱਚ ਪਲੇਸ ਕਰ ਦੇਣਾ ਤੇ ਐਕਸ ਵਾਈ ਪਰਪੈਂਡੀਕੂਲਰ ਰੱਖਣੇ ਆ ਪਲੇਨ ਆਫ ਪੇਪਰ ਦੇ। ਫਿਰ ਉਸ ਦੇ ਨੇੜੇ ਇੱਕ ਕੰਪਾਸ ਰੱਖ ਦੇਣੀ ਆ, ਮੈਗਨੈਟਿਕ ਕੰਪਾਸ, ਤੇ ਫਿਰ ਉਹਦੀ ਨੀਡਲ ਆ, ਮੈਗਨੈਟਿਕ ਕੰਪਾਸ ਦੀ ਜੋ ਨੀਡਲ ਆ ਉਹਦੀ ਪੋਜੀਸ਼ਨ ਨੋਟ ਕਰਨੀ ਆ। ਫਿਰ ਕਰੰਟ ਨੂੰ ਪਾਸ ਕਰਾਉਣਾ ਸਰਕਟ ਦੇ ਵਿੱਚੋਂ ਕੀ ਓਬਜ਼ਰਵ ਕਰਾਂਗੇ, ਕੀ ਦੇਖਾਂਗੇ ਕਿ ਜਿਹੜੀ ਨੀਡਲ ਆ ਮੈਗਨੈਟਿਕ ਨੀਡਲ ਉਹ ਡਿਫਲੈਕਟ ਸ਼ੋ ਕਰ ਰਹੀ ਆ, ਡਿਫਲੈਕਸ਼ਨ ਹੋ ਰਿਹਾ ਉਹਦੇ ਵਿੱਚ, ਉਹ ਵਿਖੇਪਿਤ ਹੋ ਰਹੀ ਆ। ਇਹਦਾ ਕੀ ਮਤਲਬ ਆ? ਇਟ ਮੀਨਸ ਦੈਟ ਇਲੈਕਟ੍ਰਿਕ ਕਰੰਟ ਥਰੂ ਦ ਕਾਪਰ ਵਾਇਰ ਹੈਜ਼ ਪ੍ਰੋਡਿਊਸਡ ਅ ਮੈਗਨੈਟਿਕ ਇਫੈਕਟ, ਕਿ ਇੱਥੇ ਕੀ ਹੈ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੋਇਆ। ਤੇ ਅਸੀਂ ਕਹਿ ਸਕਦੇ ਹਾਂ ਕਿ ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਦੋਨੋਂ ਲਿੰਕਡ ਨੇ ਇੱਕ ਦੂਜੇ ਨਾਲ। ਇਸ ਚੈਪਟਰ ਵਿੱਚ ਮੈਗਨੈਟਿਕ ਫੀਲਡ ਬਾਰੇ ਪੜਾਂਗੇ, ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਬਾਰੇ ਪੜਾਂਗੇ ਜਿਹਦੇ ਵਿੱਚ ਇਲੈਕਟ੍ਰਿਕ ਮੋਟਰ ਦੀ ਸਟੱਡੀ ਹੋਊਗੀ। ਇਲੈਕਟ੍ਰਿਕ ਇਫੈਕਟ ਆਫ ਮੂਵਿੰਗ ਮੈਗਨੇਟਸ ਬਾਰੇ ਪੜਾਂਗੇ ਜਿਹਦੇ ਵਿੱਚ ਇਲੈਕਟ੍ਰਿਕ ਜਨਰੇਟਰ ਦੀ ਸਟੱਡੀ ਹੋਊ। ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਦੇ ਵਿੱਚ ਇਲੈਕਟ੍ਰਿਕ ਕਰੰਟ ਪਾਸ ਕਰਾਇਆ ਜਾਊਗਾ ਤੇ ਜਿਹਦੇ ਨਾਲ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੋਊਗਾ। ਤੇ ਇਲੈਕਟ੍ਰਿਕ ਇਫੈਕਟ ਆਫ ਮੂਵਿੰਗ ਮੈਗਨੇਟ ਵਿੱਚ ਮੈਗਨੇਟ ਨੂੰ ਜਦੋਂ ਕੋਇਲ ਦੇ ਅਲੋਂਗ ਮੂਵ ਕਰਾਂਗੇ ਤਾਂ ਇਲੈਕਟ੍ਰਿਕ ਇਫੈਕਟ ਪ੍ਰੋਡਿਊਸ ਹੋਊਗਾ। ਫਸਟ ਟੌਪਿਕ ਇਹਦੇ ਵਿੱਚ ਮੈਗਨੈਟਿਕ ਫੀਲਡ ਐਂਡ ਫੀਲਡ ਲਾਈਨਸ। ਚੁੰਬਕੀ ਖੇਤਰ ਤੇ ਚੁੰਬਕੀ ਖੇਤਰ ਰੇਖਾਵਾਂ। We are familiar with the fact that a compass needle gets deflected when brought near a bar magnet. ਕਿ ਸਾਨੂੰ ਪਤਾ ਹੈ ਕਿ ਜਦੋਂ ਕੰਪਾਸ ਨੀਡਲ ਡਿਫਲੈਕਟ ਹੋਣ ਲੱਗ ਜਾਂਦੀ ਹੈ ਜਦੋਂ ਉਸਨੂੰ ਬਾਰ ਮੈਗਨੇਟ ਦੇ ਨੀਅਰ ਰੱਖਿਆ ਜਾਂਦਾ ਹੈ। ਇਹ ਮੈਗਨੈਟਿਕ ਕੰਪਾਸ ਆ, ਇਹਦੇ ਵਿੱਚ ਨੀਡਲ ਇੱਕ ਐਂਡ ਇਹਦਾ ਨਾਰਥ ਹੈ ਤੇ ਇੱਕ ਸਾਊਥ ਆ। ਠੀਕ ਹੈ, ਜਦੋਂ ਬਾਰ ਮੈਗਨੇਟ ਨੂੰ ਇਹਦੇ ਨੀਅਰ ਲੈ ਕੇ ਜਾਂਦੇ ਤਾਂ ਡਿਫਲੈਕਸ਼ਨ ਸ਼ੋ ਕਰਨ ਲੱਗ ਜਾਂਦਾ। ਠੀਕ ਹੈ, ਇਸ ਤਰ੍ਹਾਂ ਇਹਦੀ ਡਿਫਲੈਕਸ਼ਨ ਹੁੰਦੀ ਹੈ ਇਹਦੇ ਵਿੱਚ। ਐਕਟੀਵਿਟੀ 2, ਇਹਦੇ ਵਿੱਚ ਇੱਕ ਵਾਈਟ ਪੇਪਰ ਨੂੰ ਬੋਰਡ ਤੇ ਫਿਕਸ ਕਰਨਾ ਹੈ ਤੇ ਸੈਂਟਰ ਵਿੱਚ ਬਾਰ ਮੈਗਨੇਟ ਰੱਖਣਾ ਤੇ ਇਸ ਦੇ ਆਲੇ ਦੁਆਲੇ ਥੋੜੇ ਜਿਹੇ ਆਇਰਨ ਫਿਲਿੰਗਸ ਸਪ੍ਰਿੰਕਲ ਕਰ ਦੇਣੇ ਆ, ਖੰਡਾ ਦੇਣੇ ਆ ਥੋੜੇ ਜਿਹੇ, ਤੇ ਉਸ ਨੂੰ ਜਦੋਂ ਥੋੜਾ ਜਿਹਾ ਟੈਪ ਕਰਾਂਗੇ ਬੋਰਡ ਨੂੰ ਤਾਂ ਉਹ ਵਾਲੇ ਜਿਹੜੇ ਆਇਰਨ ਫਿਲਿੰਗਸ ਨੇ, ਲੋਹੇ ਦੇ ਛੋਟੇ ਛੋਟੇ ਟੁਕੜੇ ਨੇ, ਉਹਨਾਂ ਨੇ ਆਪਣੇ ਆਪ ਨੂੰ ਇੱਕ ਡੈਫੀਨਿਟ ਪੈਟਰਨ ਦੇ ਵਿੱਚ ਅਰੇਂਜ ਕਰ ਲੈਣਾ। ਇੱਥੇ ਇੱਕ ਫੋਰਸ ਲੱਗ ਰਹੀ ਹੈ ਜਿਹਦੇ ਕਰਕੇ ਉਹ ਇੱਕ ਪੈਟਰਨ 'ਚ ਅਰੇਂਜ ਹੋ ਜਾਂਦੇ ਆ। The region surrounding a magnet in which the force of the magnet can be detected is said to have a magnetic field. ਮੈਗਨੇਟ ਦੇ ਚਾਰੇ ਪਾਸੇ ਦਾ ਰੀਜਨ ਜਿੱਥੇ ਫੋਰਸ ਆਫ ਮੈਗਨੇਟ ਦੀ ਫੋਰਸ ਦਾ ਪਤਾ ਕੀਤਾ ਜਾ ਸਕੇ ਉਸ ਨੂੰ ਮੈਗਨੈਟਿਕ ਫੀਲਡ ਕਹਿੰਦੇ ਆ। The lines along which the iron filling align themselves represent magnetic field lines. ਤੇ ਉਹ ਵਾਲੇ ਲਾਈਨਸ ਜਿਹਦੇ ਵਿੱਚ ਆਇਰਨ ਫੀਲਿੰਗਸ ਨੇ ਆਪਣੇ ਆਪ ਨੂੰ ਅਲਾਈਨ ਕਰ ਲਿਆ, ਅਰੇਂਜ ਕਰ ਲਿਆ, ਉਹ ਵਾਲੇ ਉਹਨੂੰ ਕਹਿੰਦੇ ਆ ਮੈਗਨੈਟਿਕ ਫੀਲਡ ਲਾਈਨ। ਐਕਟੀਵਿਟੀ 3 ਵਿੱਚ ਇੱਕ ਵਾਈਟ ਪੇਪਰ ਦੇ ਸੈਂਟਰ ਵਿੱਚ ਬਾਰ ਮੈਗਨੇਟ ਰੱਖ ਦੇਣਾ। ਇਹ ਨਾਰਥ ਪੋਲ ਆ ਤੇ ਇਹ ਸਾਊਥ ਪੋਲ ਆ। ਠੀਕ ਹੈ, ਇੱਕ ਐਂਡ ਤੇ ਕੀ ਰੱਖ ਦੇਣਾ ਮੈਗਨੈਟਿਕ ਕੰਪਾਸ। ਮੈਗਨੈਟਿਕ ਕੰਪਾਸ ਵਿੱਚ ਜੋ ਨੀਡਲ ਹੁੰਦੀ ਆ ਉਹਦਾ ਸਾਊਥ ਮੈਗਨੇਟ ਦੇ ਨਾਰਥ ਨੂੰ ਅਟਰੈਕਟ ਕਰੂਗਾ। ਡਿਫਰੈਂਟ ਹੋਣਗੇ ਓਪੋਜ਼ਿਟ ਪੋਲ, ਅਟਰੈਕਟ ਈਚ ਅਦਰ। ਸੋ ਇਹਦਾ ਨਾਰਥ ਇੱਧਰਲੀ ਸਾਈਡ ਹੋਊਗਾ ਤਾਂ ਨਾਰਥ ਵਾਲੀ ਸਾਈਡ ਡਾਟ ਲਗਾ ਦੇਣਾ। ਠੀਕ ਆ,
ਉਸ ਤੋਂ ਬਾਅਦ ਅੱਗੇ ਮੈਗਨੈਟਿਕ ਕੰਪਾਸ ਇੱਥੇ ਰੱਖਾਂਗੇ, ਫਿਰ ਜਿੱਧਰ ਨੂੰ ਡਾਇਰੈਕਸ਼ਨ ਹੋਊਗੀ ਨਾਰਥ ਦੀ ਉੱਥੇ ਡਾਟ ਲਗਾ ਕੇ ਅੱਗੇ ਰੱਖ ਦੇਣੀ ਹੈ ਮੈਗਨੈਟਿਕ ਕੰਪਾਸ। ਐਵੇਂ ਇੱਧਰ ਨੂੰ ਡਾਇਰੈਕਸ਼ਨ ਜਾਊਗੀ। ਠੀਕ ਆ, ਇਸ ਤਰ੍ਹਾਂ ਇਹ ਇੱਕ ਕੀ ਆ ਮੈਗਨੈਟਿਕ ਫੀਲਡ ਲਾਈਨ ਬਣ ਜਾਂਦੀ ਹੈ। ਇਹ ਮੈਗਨੈਟਿਕ ਫੀਲਡ ਲਾਈਨਸ ਨੇ ਬਾਰ ਮੈਗਨੇਟ ਦੇ ਅਰਾਊਂਡ। ਇਹਨਾਂ ਦੀ ਡਾਇਰੈਕਸ਼ਨ ਨਾਰਥ ਤੋਂ ਸਾਊਥ ਹੁੰਦੀ ਆ, ਨਾਰਥ ਤੋਂ ਸਾਊਥ ਵੱਲ ਡਾਇਰੈਕਸ਼ਨ ਮੈਗਨੈਟਿਕ ਫੀਲਡ ਸੀ। ਆਊਟਸਾਈਡ ਦਾ ਮੈਗਨੇਟ, ਮੈਗਨੇਟ ਦੇ ਬਾਹਰ। ਮੈਗਨੇਟ ਦੇ ਅੰਦਰ ਜੇ ਗੱਲ ਕਰੀਏ ਤਾਂ ਮੈਗਨੇਟ ਦੇ ਇਨਸਾਈਡ ਡਾਇਰੈਕਸ਼ਨ ਹੋਊਗੀ ਮੈਗਨੈਟਿਕ ਫੀਲਡ ਲਾਈਨਸ ਦੀ ਸਾਊਥ ਤੋਂ ਨਾਰਥ ਵੱਲ। ਆਊਟਸਾਈਡ ਨਾਰਥ ਤੋਂ ਸਾਊਥ, ਇਨਸਾਈਡ ਸਾਊਥ ਟੂ ਨਾਰਥ। ਨੈਕਸਟ ਟੌਪਿਕ ਮੈਗਨੈਟਿਕ ਫੀਲਡ ਡਿਊ ਟੂ ਅ ਕਰੰਟ ਕੈਰਿੰਗ ਕੰਡਕਟਰ। ਬਿਜਲੀ ਧਾਰਾ ਵਾਲੇ ਚਾਲਕ ਦੇ ਕਾਰਨ ਚੁੰਬਕੀ ਖੇਤਰ। ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਫਾਈਂਡ ਕਰਨ ਲਈ ਇਹ ਵਾਲੀ ਐਕਟੀਵਿਟੀ ਆ, 4th ਐਕਟੀਵਿਟੀ। ਇਹਦੇ ਵਿੱਚ ਸਰਕਿਟ ਇਹਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ, ਤੇ ਇੱਕ ਕਾਪਰ ਦੀ ਵਾਇਰ ਲਿੱਤੀ ਗਈ ਆ ਤੇ ਉਸ ਦੇ ਅਲੋਂਗ ਰੱਖਿਆ ਗਿਆ ਇੱਕ ਮੈਗਨੈਟਿਕ ਕੰਪਾਸ ਤੇ ਉਹਦੀ ਡਾਇਰੈਕਸ਼ਨ ਨਾਰਥ ਤੇ ਸਾਊਥ ਹੈ। ਜਦੋਂ ਕਰੰਟ ਫਲੋ ਕਰਵਾਇਆ ਗਿਆ ਨਾਰਥ ਤੋਂ ਸਾਊਥ ਵੱਲ ਤਾਂ ਜਿਹੜੀ ਮੈਗਨੈਟਿਕ ਕੰਪਾਸ ਵਿੱਚ ਨੀਡਲ ਸੀ ਉਹ ਮੂਵ ਕਰ ਜੂਗੀ ਈਸਟ ਵਾਲੀ ਸਾਈਡ ਨੂੰ। ਤੇ ਜੇਕਰ ਓਪੋਜ਼ਿਟ ਕਰੰਟ ਫਲੋ ਕਰਦੇ ਆ, ਕਰੰਟ ਦੀ ਡਾਇਰੈਕਸ਼ਨ ਚੇਂਜ ਕੀਤੀ ਸਾਊਥ ਟੂ ਨਾਰਥ, ਤਾਂ ਮੈਗਨੈਟਿਕ ਨੀਡਲ ਮੂਵ ਕਰ ਜੂਗੀ ਵੈਸਟ ਡਾਇਰੈਕਸ਼ਨ ਨੂੰ, ਵੈਸਟ ਡਾਇਰੈਕਸ਼ਨ ਵੱਲ ਮੂਵ ਕਰ ਜੂਗੀ ਨੀਡਲ। ਨੈਕਸਟ ਇਜ਼ ਮੈਗਨੈਟਿਕ ਫੀਲਡ ਡਿਊ ਟੂ ਅ ਕਰੰਟ ਥਰੂ ਅ ਸਟ੍ਰੇਟ ਕੰਡਕਟਰ। ਸਿੱਧੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਕਾਰਨ ਚੁੰਬਕੀ ਖੇਤਰ। ਇਹਦੇ ਵਿੱਚ ਐਕਟੀਵਿਟੀ ਆ, ਸਰਕਿਟ ਦੇ ਨਾਲ ਕਾਪਰ ਵਾਇਰ ਨੂੰ ਅਟੈਚ ਕੀਤਾ ਤੇ ਉਹ ਇੱਕ ਕਾਰਡਬੋਰਡ ਦੇ ਵਿੱਚੋਂ ਪਾਸ ਹੋ ਰਹੀ ਆ। ਉਸ ਕਾਰਡਬੋਰਡ ਦੇ ਉੱਤੇ ਆਇਰਨ ਫਿਲਿੰਗ ਮਤਲਬ ਲੋਹੇ ਦੇ ਛੋਟੇ ਛੋਟੇ ਟੁਕੜੇ ਸਪਰਿੰਕਲ ਕਰਤੇ ਤੇ ਜਦੋਂ ਕਰੰਟ ਫਲੋ ਕਰਵਾਇਆ ਗਿਆ ਤਾਂ ਥੋੜਾ ਜਿਹਾ ਇਸ ਨੂੰ ਕਾਰਡਬੋਰਡ ਨੂੰ ਟੈਪ ਕੀਤਾ ਗਿਆ ਤੇ ਉਹ ਵਾਲੇ ਆਇਰਨ ਫਿਲਿੰਗਸ ਨੇ ਆਪਣੇ ਆਪ ਨੂੰ ਅਰੇਂਜ ਕਰ ਲਿਆ। ਉਹਨਾਂ ਨੇ ਕਨਸੈਂਟਰਿਕ ਸਰਕਲਸ ਬਣਾ ਲਏ, ਮੀਨਸ ਕਿ ਸਰਕਲਸ ਬਣ ਗਏ ਜਿਨ੍ਹਾਂ ਦਾ ਸੈਂਟਰ ਸੇਮ ਆ। ਇਹ ਕੀ ਰਿਪਰੈਜ਼ੈਂਟ ਕਰਦੇ ਆ? ਮੈਗਨੈਟਿਕ ਫੀਲਡ ਲਾਈਨਸ। ਇਸ ਦੇ ਨੀਅਰ ਮੈਗਨੈਟਿਕ ਕੰਪਾਸ ਰੱਖ ਕੇ ਪਤਾ ਲੱਗ ਸਕਦਾ ਹੈ ਕਿ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਕਿਹੜੀ। ਜੇਕਰ ਕਰੰਟ ਇਨਕਰੀਜ਼ ਆ ਤਾਂ ਡਿਫਲੈਕਸ਼ਨ ਵੀ ਜ਼ਿਆਦਾ ਹੋਊਗੀ। ਜੇਕਰ ਕਾਪਰ ਵਾਇਰ ਤੋਂ ਕੰਪਾਸ ਨੂੰ ਦੂਰ ਕੀਤਾ ਜਾਵੇ, ਮੂਵ ਕੀਤਾ ਜਾਵੇ, ਤਾਂ ਉਦੋਂ ਡਿਫਲੈਕਸ਼ਨ 'ਚ ਕੀ ਫਰਕ ਪਊਗਾ? ਉਦੋਂ ਡਿਫਲੈਕਸ਼ਨ ਘਟ ਜਾਣੀ ਆ। ਨੈਕਸਟ ਇਜ਼ ਰਾਈਟ ਹੈਂਡ ਥੰਬ ਰੂਲ। ਸੱਜਾ ਹੱਥ ਅੰਗੂਠਾ ਨਿਯਮ। ਇਸ ਰੂਲ ਦੇ ਅਕੋਰਡਿੰਗ ਇਮੈਜਿਨ ਕਰੋ ਕਿ ਤੁਸੀਂ ਆਪਣੇ ਸੱਜੇ ਹੱਥ ਵਿੱਚ ਕਰੰਟ ਕੈਰਿੰਗ ਸਟ੍ਰੇਟ ਕੰਡਕਟਰ ਨੂੰ ਇਸ ਤਰ੍ਹਾਂ ਪਕੜਿਆ ਹੋਇਆ ਹੈ ਕਿ ਤੁਹਾਡਾ ਅੰਗੂਠਾ ਥੰਬ ਜਿਹੜਾ ਉਹ ਡਾਇਰੈਕਸ਼ਨ ਦੱਸਦਾ ਕਰੰਟ ਦੀ ਤੇ ਫਿੰਗਰਸ ਡਾਇਰੈਕਸ਼ਨ ਦੱਸਦੀਆਂ ਨੇ ਮੈਗਨੈਟਿਕ ਫੀਲਡ ਲਾਈਨਸ ਦੀ। ਠੀਕ ਹੈ, ਇੱਧਰ ਨੂੰ ਕਰੰਟ ਦੀ ਡਾਇਰੈਕਸ਼ਨ ਆ ਥੰਬ ਵਾਲੀ ਸਾਈਡ ਤੇ ਫਿੰਗਰਸ ਡਾਇਰੈਕਸ਼ਨ ਦੱਸਦੀਆਂ ਮੈਗਨੈਟਿਕ ਫੀਲਡ ਲਾਈਨਸ ਦੀ। ਨੈਕਸਟ ਟੌਪਿਕ ਮੈਗਨੈਟਿਕ ਫੀਲਡ ਡਿਊ ਟੂ ਅ ਕਰੰਟ ਥਰੂ ਅ ਸਰਕੂਲਰ ਲੂਪ। ਬਿਜਲੀ ਧਾਰਾ ਵਾਲੇ ਗੋਲਾਕਾਰ ਲੂਪ ਕਾਰਨ ਚੁੰਬਕੀ ਖੇਤਰ। ਜੇਕਰ ਵਾਇਰ ਸਰਕੂਲਰ ਰੂਪ ਵਿੱਚ ਆ ਤਾਂ ਉਹਦੇ ਵਿੱਚ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਕੀ ਆ ਕਿ ਜਿੱਧਰ ਨੂੰ ਕਰੰਟ ਫਲੋ ਹੋ ਰਿਹਾ, ਕਰੰਟ ਫਲੋ ਹੋ ਰਿਹਾ ਤੇ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਕੀ ਹੋਊਗੀ ਉਸ ਅਕੋਰਡਿੰਗ ਰਾਈਟ ਹੈਂਡ ਥੰਬ ਰੂਲ ਦੇ ਅਕੋਰਡਿੰਗ ਚੈੱਕ ਹੋ ਜੂਗੀ। ਕਰੰਟ ਦੀ ਡਾਇਰੈਕਸ਼ਨ ਜੇਕਰ ਇੱਧਰ ਨੂੰ ਜਾ ਰਹੀ ਆ
ਤਾਂ ਮੈਗਨੈਟਿਕ ਫੀਲਡ ਲਾਈਨਸ ਇਹਦੇ ਵਿੱਚੋਂ ਲੰਘਣਗੀਆਂ, ਵਿੱਚੋਂ ਪਾਸ ਹੋਣਗੀਆਂ। ਇਸ ਦੇ ਬੇਸਿਸ ਤੇ ਐਕਟੀਵਿਟੀ ਕੀਤੀ ਗਈ ਆ। ਠੀਕ ਆ। ਨੈਕਸਟ ਇਜ਼ ਮੈਗਨੈਟਿਕ ਫੀਲਡ ਡਿਊ ਟੂ ਅ ਕਰੰਟ ਇਨ ਅ ਸੋਲੇਨੋਇਡ। ਸੋਲੇਨੋਇਡ ਵਿੱਚ ਪ੍ਰਵਾਹਿਤ ਬਿਜਲੀ ਧਾਰਾ ਦੇ ਕਾਰਨ ਚੁੰਬਕੀ ਖੇਤਰ। ਸੋਲੇਨੋਇਡ ਦੀ ਡੈਫੀਨੇਸ਼ਨ, a coil of many circular turns of insulated copper wire wrapped closely in the shape of a cylinder is called a solenoid। ਇੱਕ coil ਹੁੰਦੀ ਹੈ ਜਿਹਦੇ ਵਿੱਚ ਕਾਫੀ circular turns ਹੁੰਦੇ ਆ, insulated copper wire wrap ਕੀਤੀ ਹੋਈ ਹੈ closely in the shape of cylinder, cylinder ਦੀ shape ਦੀ ਹੁੰਦੀ ਆ। ਵਾਇਰ ਨੂੰ coil ਦਾ ਰੂਪ ਦਿੱਤਾ ਹੋਇਆ ਤੇ ਸਰਕਟ ਨਾਲ ਅਟੈਚ, ਸਰਕਟ ਵਿੱਚ ਕਰੰਟ ਫਲੋ ਕੀਤਾ। एक कोयल एक मैगनेट की तरह बिहेव करू, एक एंड दा नॉर्थ हो, एक साउथ, तो मैगनैटिक फील्ड लाइनस आउटसाइड द मैगनेट की होंदियां ने नॉर्थ तो साउथ, नॉर्थ टू साउथ, तो इनसाइड साउथ टू नॉर्थ। जे ਉਹ वाली कोयल दे विच कोई मैगनैटिक मटीरियल रखता जिमें आयरन या फिर स्टील, तो वो की वो बन जाता है इलैक्ट्रो। नेक्स्ट टॉपिक, फोर्स ऑन अ करंट कैरिंग कंडक्टर इन अ मैगनैटिक फील्ड। चुंबकी खेतर विच किसी बिजली धारा वाले चालक उत्ते बल। इहदे विच फ्रेंच साइंटिस्ट ने सुजैसट किया कि मैगनेट इक्वल ते ओपोजिट फोर्स एग्जर्ट करता किसी करंट कैरिंग कंडक्टर ते। इहदे लई एक्टिविटी की, एक्टिविटी विच एलूमीनियम रॉड लीती AB ते इनू वायरस नाल कनैक्ट किया गया, 2 वायरस नाल कनैक्ट किया हॉरिजोंटली, ते फिर हॉर्सशू मैगनेट नू प्लेस किया गया। इस तरह प्लेस किया गया कि रॉड बिटवीन आवे हॉर्सशू मैगनेट दे, ते नीचे हैगा नॉर्थ पोल रॉड दे, ते रॉड दे उपर साउथ पोल। कनैक्ट किया एलूमीनियम रॉड नू सीरीज़ दे विच विद बैटरी की एंड रियोस्टैट। फिर इहदे विचों करंट पास करवाया गया, B to A करंट पास करवाया। की ऑब्जर्व होया, ये ऑब्जर्व किया गया कि रॉड लैफ्ट साइड तो डिसप्लेस हो गई। फिर करंट की डायरैक्शन चेंज की, करंट की डायरैक्शन चेंज करन तो बाद की ऑब्जर्व किया गया कि रॉड राइट साइड तो डिसप्लेस हो गई। नेक्स्ट इज फ्लेमिंग्स लैफ्ट हैंड रूल। इट स्टेट्स स्ट्रैच द थंब, थंब नू स्ट्रैच करना, फोर फिंगर नू एंड मिडल फिंगर of your left hand such that they are mutually perpendicular to each other। इस तरह स्ट्रैच करने हैं कि वो तीनों एक दूजे दे परपेंडिकुलर होण। if the first finger points in the direction of magnetic field, ਇਹਦੇ ਵਿੱਚ फर्स्ट ਜਿਹੜੀ फिंगर आ वो point करदी है कि magnetic field ਦੀ डायरेक्शन आ, and second finger points towards the direction of current, ਤੇ ਇਹ वाली finger current ਦੀ डायरेक्शन ਦੱਸਦੀ ਆ, and thumb points towards the direction of motion, ਤੇ thumb ਕੀ ਦੱਸਦਾ ਹੈ direction of motion ਕਿ force ਕਿੱਧਰ ਨੂੰ ਲੱਗ ਰਹੀ ਆ। ਇਸ ਰੂਲ ਨੂੰ ਅਪਲਾਈ ਕੀਤਾ ਜਾਂਦਾ ਇਲੈਕਟ੍ਰਿਕ ਮੋਟਰ ਦੇ ਵਿੱਚ, ਜਿਸ ਨੂੰ ਅਸੀਂ ਲੇਟਰ ਡਿਸਕਸ ਕਰਾਂਗੇ।